ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਸਾਹਿਤ ਅਕੈਡਮੀ ਸਨਮਾਨਿਤ ਜਸਬੀਰ ਭੁੱਲਰ ਦੀ ਬੱਚਿਆਂ ਲਈ ਪੁਸਤਕ ਹੈ ਡੱਬ ਖੜੱਬਾ ਕਤੂਰਾ। ਪਹਿਲੀ ਪ੍ਰੇਰਨਾਤਮਕ ਕਹਾਣੀ ਹੈ ਚਿੜੀ ਦਾ ਇੱਕ ਦਿਨ। ਅਚਨਚੇਤੀ ਰੁੱਖਾਂ ਦੇ ਆਲ੍ਹਣਿਆਂ ਵਿੱਚੋਂ ਪੰਛੀਆਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਰਾਤ ਮੁੱਕ ਗਈ ਹੈ, ਰਾਤ ਮੁੱਕ ਗਈ ਹੈ, ਰਾਤ। ਚਿੜੀ ਨੇ ਅੱਖਾਂ ਖੋਲ੍ਹੀਆਂ ਤੇ ਖੰਭਾਂ ਨਾਲ ਆਂਡਿਆਂ ਨੂੰ ਪਲੋਸਿਆ। ਉਹ ਚੁੰਝ ਆਂਡਿਆਂ ਦੇ ਨੇੜੇ ਲੈ ਗਈ ਤੇ ਹੌਲੀ ਜਿਹੀ ਦੱਸਿਆ, ਮੇਰੇ ਲਾਡਲਿਓ, ਰਾਤ ਮੁੱਕ ਗਈ ਹੈ। ਚਿੜੀ ਕਈ ਦਿਨਾਂ ਤੋਂ ਆਪਣੇ ਆਂਡਿਆਂ ਨੂੰ ਸੇ ਰਹੀ ਸੀ। ਛੇਤੀ ਆਂਡੇ ਤਿੜਕਣਗੇ ਤੇ ਉਹਨਾਂ ਵਿੱਚੋਂ ਸੋਹਣੇ ਸੋਹਣੇ ਬੋਟ ਨਿਕਲਣਗੇ। ਫਿਰ ਉਹ ਬੋਟ ਉਡਾਰ ਵੀ ਹੋ ਜਾਣਗੇ। ਚਿੜੀ ਨੂੰ ਕੁਤਕੁਤਾਰੀ ਵਰਗਾ ਅਹਿਸਾਸ ਹੋਇਆ। ਉਸ ਵੇਲੇ ਹਨੇਰੇ ਵਿੱਚ ਚਾਨਣ ਘੁਲ ਰਿਹਾ ਸੀ। ਚਿੜਾ ਆਲ੍ਹਣੇ ਵਿੱਚ ਨਹੀਂ ਸੀ। ਉਹ ਕੱਲ੍ਹ ਆਲ੍ਹਣੇ ਲਈ ਕੋਈ ਹੋਰ ਟਿਕਾਣਾ ਲੱਭਣ ਗਿਆ ਸੀ। ਉਹ ਵਾਪਸ ਨਹੀਂ ਸੀ ਮੁੜਿਆ। ਚਿੜੀ ਫਿਕਰਮੰਦ ਸੀ। ਉਹਨਾਂ ਦਾ ਆਲ੍ਹਣਾ ਘਰ ਦੇ ਇੱਕ ਰੋਸ਼ਨਦਾਨ 'ਚ ਸੀ, ਖੁੱਲ੍ਹਾ ਡੁੱਲਾ ਤੇ ਹਵਾਦਾਰ ਆਲ੍ਹਣਾ। ਸ਼ਿਕਾਰੀ ਪਰਿੰਦੇ ਤੇ ਬਿੱਲੀ ਦੀ ਪਹੁੰਚ ਤੋਂ ਬਾਹਰ ਸੀ। ਚਿੜੀ ਚਿੜਾ ਚਿਰਾਂ ਤੋਂ ਉੱਥੇ ਰਹਿ ਰਹੇ ਸਨ। ਉਹਨਾਂ ਨੂੰ ਆਪਣੇ ਆਲ੍ਹਣੇ ਨਾਲ ਪਿਆਰ ਸੀ। ਕੁਝ ਚਿਰ ਤੋਂ ਉੱਥੇ ਉਹਨਾਂ ਦਾ ਜਿਉਣਾ ਦੁੱਭਰ ਹੋ ਰਿਹਾ ਸੀ। ਉੱਥੇ ਉਹਨਾਂ ਲਈ ਕਿਧਰੇ ਵੀ ਚੋਗਾ ਨਹੀਂ ਸੀ। ਉਹਨਾਂ ਨੂੰ ਸਾਫ਼ ਤੇ ਸਵੱਛ ਪਾਣੀ ਦੀ ਵੀ ਦਿੱਕਤ ਸੀ। ਰੋਸ਼ਨਦਾਨਾਂ ਵਾਲੇ ਉਸ ਘਰ ਦਾ ਰਹਿਣ ਸਹਿਣ ਬਦਲ ਗਿਆ ਸੀ। ਚਿੜੀ ਉਹਨਾਂ ਬੋਟਾਂ ਲਈ ਵੀ ਫਿਕਰਮੰਦ ਹੋ ਗਈ ਜਿਨ੍ਹਾਂ ਨੇ ਆਂਡਿਆਂ ਵਿੱਚੋਂ ਜਨਮ ਲੈਣਾ ਸੀ। ਚਿੜੀ ਚੰਗੀ ਮਾਂ ਵਾਂਗੂ ਆਂਡਿਆਂ ਨੂੰ ਸੇ ਰਹੀ ਸੀ। ਆਂਡਿਆਂ ਉੱਤੋਂ ਭੁੱਖ ਦੇ ਵੇਲੇ ਹੀ ਉੱਠਦੀ ਸੀ। ਉਦੋਂ ਵੀ ਚਿੜੀ ਆਲ੍ਹਣੇ ਤੋਂ ਬਹੁਤੀ ਦੂਰ ਨਹੀਂ ਸੀ ਜਾਂਦੀ। ਚਿੜੀ ਦਾ ਉਹ ਵੇਲਾ ਵੀ ਉਡਾਰੀ ਭਰਨ ਦਾ ਸੀ। ਉਹ ਅੰਬ ਦੇ ਰੁੱਖ ਦੀ ਟਾਹਣੀ ਉੱਤੇ ਜਾ ਕੇ ਬੈਠ ਗਈ। ਉਸ ਟਾਹਣੀ ਨਾਲ ਅੰਬਾਂ ਦਾ ਗੁੱਛਾ ਲਟਕ ਰਿਹਾ ਸੀ। ਪਤਲੀ ਟਾਹਣੀ ਹਿੱਲੀ, ਇੱਕ ਪੱਕਿਆ ਹੋਇਆ ਅੰਬ ਝੜ ਕੇ ਭੁੰਜੇ ਡਿੱਗ ਪਿਆ। ਚਿੜੀ ਉੱਡ ਕੇ ਉਸ ਡਿੱਗੇ ਹੋਏ ਅੰਬ ਉੱਤੇ ਜਾ ਬੈਠੀ ਤੇ ਚੁੰਝਾਂ ਮਾਰ ਮਾਰ ਕੇ ਗੁੱਦਾ ਖਾਣ ਲੱਗ ਪਈ। 2-4 ਚੁੰਝਾਂ ਨਾਲ ਚਿੜੀ ਦਾ ਢਿੱਡ ਭਰ ਗਿਆ। ਵਿਹੜੇ ਵਿੱਚ 4 ਨਿੱਕੇ ਵੱਡੇ ਗੀਟੇ ਹੇਠਾਂ ਉੱਤੇ ਪਏ ਸਨ। ਆਂਡਿਆਂ ਵਰਗੇ ਉਹਨਾਂ ਗੀਟਿਆਂ ਦਾ ਨਿੱਕਾ ਜਿਹਾ ਚਬੂਤਰਾ ਬਣਿਆ ਹੋਇਆ ਸੀ। ਪਿਛਲੇ ਦਿਨੀ ਬੰਟੀ ਨਿਸ਼ਾਨਾ ਮਾਰ ਕੇ ਉਸ ਢੇਰੀ ਨੂੰ ਡੇਗਣ ਦੀ ਖੇਡ ਖੇਡਦਾ ਰਿਹਾ ਸੀ। ਗੀਟਿਆਂ ਦਾ ਚਬੂਤਰਾ ਕੱਲ੍ਹ ਦਾ ਹੀ ਉੱਥੇ ਹੀ ਸੀ। ਚਿੜੀ ਟਪੂਸੀਆਂ ਮਾਰਦੀ ਹੋਈ ਗੀਟਿਆਂ ਦੇ ਉਸ ਚਬੂਤਰੇ ਉੱਤੇ ਜਾ ਚੜ੍ਹੀ। ਉੱਪਰਲੇ ਗੀਟੇ ਨਾਲ ਚੁੰਝ ਪੂੰਝਣ ਲੱਗ ਪਈ। ਚੁੰਝ ਪੂੰਝਦਿਆਂ ਗੀਟੇ ਹਿੱਲੇ ਤੇ ਚਬੂਤਰਾ ਢਹਿ ਗਿਆ। ਗੀਟੇ ਖਿੱਲਰ ਗਏ। ਚਿੜੀ ਪਰ ਫੜਫੜਾ ਕੇ ਉੱਡੀ ਤੇ ਪਰਾਂ ਚਲੀ ਗਈ। ਪਾਣੀ ਦੀ ਭਰੀ ਹੋਈ ਕਨਾਲੀ ਕੰਧ ਦੇ ਨੇੜੇ ਪਈ ਸੀ। ਚਿੜੀ ਕਨਾਲੀ ਦੇ ਕੰਢੇ ਉੱਤੇ ਜਾ ਬੈਠੀ ਤੇ ਮੈਲਾ ਪਾਣੀ ਪੀਣ ਲੱਗ ਪਈ। ਤੇ ਮੁੱਕੀ ਤਾਂ ਉਹ ਕਨਾਲੀ ਵਿੱਚ ਵੜ ਕੇ ਨਹਾਉਣ ਲੱਗ ਪਈ। ਪਰਾਂ ਨੂੰ ਫੜਫੜਾ ਕੇ ਉਹਨੇ ਪਾਣੀ ਦੇ ਛਿੱਟੇ ਉਡਾਏ। ਕਨਾਲੀ ਤੋਂ ਬਾਹਰ ਆ ਕੇ ਚਿੜੀ ਨੇ ਸਰੀਰ ਛੰਡਿਆ। ਕੁਝ ਛਿੱਟੇ ਝੜੇ। ਸੁਕਾਉਣ ਲਈ ਉਹਨੇ ਖੰਭ ਖਿਲਾਰੇ ਤੇ ਘਾਹ ਉੱਤੇ ਲੰਮੀ ਪੈ ਗਈ। ਅਗਲੇ ਛਿਣ ਉਹ ਤਰਬ ਕੇ ਉੱਠ ਬੈਠੀ। ਉਹਨੇ ਕੋਈ ਖੜਾਕ ਸੁਣਿਆ ਸੀ। ਉਹ ਝੱਟ ਉੱਠੀ ਤੇ ਆਪਣੇ ਆਲ੍ਹਣੇ ਵੱਲ ਮੁੜ ਆਈ। ਬੂਹਾ ਖੋਲ੍ਹ ਕੇ ਬੰਟੀ ਵਿਹੜੇ 'ਚ ਆ ਗਿਆ। ਉਹ ਪੱਥਰ ਗੀਟਿਆਂ ਨੂੰ ਹੇਠ ਉੱਤੇ ਰੱਖਣ ਲੱਗ ਪਿਆ। ਚਬੂਤਰਾ ਬਣਿਆ ਤਾਂ ਉਹਨੇ ਦੂਰ ਖਲੋ ਕੇ ਪੱਥਰ ਨਾਲ ਨਿਸ਼ਾਨਾ ਮਾਰਿਆ। ਚਿੜੀ ਆਂਡਿਆਂ ਉੱਤੇ ਬੈਠੀ ਬੈਠੀ ਬੰਟੀ ਨੂੰ ਖੇਡਦਿਆਂ ਵੇਖਣ ਲੱਗ ਪਈ। ਬੰਟੀ ਦਾ ਨਿਸ਼ਾਨਾ ਬਾਰ-ਬਾਰ ਖੁੰਝ ਰਿਹਾ ਸੀ। ਉਹ ਕਾਹਲਾ ਪੈ ਗਿਆ। ਉਹਨੇ ਮੁੜ ਪੱਥਰ ਚੁੱਕ ਕੇ ਨਿਸ਼ਾਨਾ ਸਾਧਿਆ ਤੇ ਪੂਰੇ ਤਾਣ ਨਾਲ ਵਗਾਹ ਮਾਰਿਆ। ਉਸ ਵਾਰ ਦਾ ਨਿਸ਼ਾਨਾ ਗੀਟਿਆਂ ਦੀ ਢੇਰੀ ਦੀ ਥਾਵੇਂ ਕਨਾਲੀ ਨੂੰ ਜਾ ਵੱਜਾ। ਕਨਾਲੀ ਟੁੱਟ ਗਈ। ਪਾਣੀ ਡੁੱਲ ਕੇ ਘਾਹ ਉੱਤੇ ਫੈਲ ਗਿਆ। ਬੰਟੀ ਨੇ ਪੈਰ ਮਾਰ ਕੇ ਗੋਲ ਗੀਟਿਆਂ ਦਾ ਚਬੂਤਰਾ ਢਾਹ ਦਿੱਤਾ। ਹੌਲੀ ਹੌਲੀ ਦਿਨ ਤਪ ਗਿਆ। ਚਿੜੀ ਨੂੰ ਮੁੜ ਕੇ ਤੇਹ ਲੱਗ ਪਈ। ਉਹ ਉੱਡ ਕੇ ਕਨਾਲੀ ਦੇ ਟੁੱਟੇ ਹੋਏ ਠੀਕਰੇ ਉੱਤੇ ਜਾ ਬੈਠੀ। ਠੀਕਰੇ ਦੇ ਡੂੰਘ 'ਚ ਚੂਲੀ ਕੁ ਪਾਣੀ ਅਟਕਿਆ ਹੋਇਆ ਸੀ। ਉਹਨੇ ਅਜੇ 2 ਕੁ ਚੁੰਝਾਂ ਹੀ ਪਾਣੀ ਦੀਆਂ ਪੀਤੀਆਂ ਸਨ ਕਿ ਬੂਹਾ ਮੁੜ ਖੁੱਲ੍ਹਿਆ। ਚਿੜੀ ਉੱਡ ਕੇ ਆਲ੍ਹਣੇ 'ਚ ਜਾ ਬੈਠੀ। ਉਹਨੇ ਕੰਧ ਵੱਲ ਮੂੰਹ ਕਰ ਲਿਆ ਤੇ ਅੱਖਾਂ ਮੀਟ ਲਈਆਂ। ਦਿਨ ਸਰਕ ਰਿਹਾ ਸੀ। ਚਿੜੀ ਦੀ ਤੇਹ ਪਹਿਲਾਂ ਵੀ ਮੁੱਕੀ ਨਹੀਂ ਸੀ, ਹੁਣ ਫੇਰ ਉਹਦੇ ਉੱਤੇ ਹਾਵੀ ਹੋ ਰਹੀ ਸੀ। ਉਹਨੇ ਅੱਖਾਂ ਖੋਲ੍ਹੀਆਂ ਤੇ ਧੌਣ ਮੋੜੀ। ਕਨਾਲੀ ਦੇ ਟੁੱਟੇ ਹੋਏ ਠੀਕਰੇ ਉੱਥੇ ਨਹੀਂ ਸਨ। ਚਿੜੀ ਪਾਣੀ ਕਿੱਥੋਂ ਪੀਵੇ? ਉਹ ਤੇਹ ਦੀ ਮਾਰੀ ਹੋਈ ਆਂਡਿਆਂ ਉੱਤੇ ਬੈਠੀ ਰਹੀ। ਉਹਨੂੰ ਪਾਣੀ ਦੇ ਕਿਸੇ ਵੀ ਹੋਰ ਸਰੋਤ ਦਾ ਪਤਾ ਨਹੀਂ ਸੀ। ਚਿੜੀ ਦਾ ਧਿਆਨ ਟੂਟੀ ਹੇਠ ਪਈ ਬਾਲਟੀ ਵੱਲ ਚਲਾ ਗਿਆ। ਆਮ ਤੌਰ ਉੱਤੇ ਇਹ ਬਾਲਟੀ ਵਰਤੋਂ ਤੋਂ ਪਿੱਛੋਂ ਮੁੱਧੀ ਕਰ ਦਿੱਤੀ ਜਾਂਦੀ ਸੀ। ਉਸ ਵੇਲੇ ਉਹ ਬਾਲਟੀ ਸਿੱਧੀ ਪਈ ਹੋਈ ਸੀ। ਚਿੜੀ ਦੀ ਆਸ ਜਾਗੀ, ਕੀ ਪਤਾ ਅੱਜ ਉਹ ਬਾਲਟੀ ਵਿੱਚ ਪਾਣੀ ਹੋਵੇ। ਉਹ ਬਾਲਟੀ ਉੱਤੇ ਜਾ ਬੈਠੀ। ਉਸ ਬਾਲਟੀ 'ਚ ਸੱਚਮੁੱਚ ਹੀ ਪਾਣੀ ਸੀ, ਪਰ ਬਹੁਤ ਹੇਠਾਂ। ਉਹ ਪਾਣੀ ਵੱਲ ਉਲਰੀ ਤੇ ਬਾਲਟੀ ਵਿੱਚ ਡਿੱਗ ਪਈ।
ਬਾਲਟੀ ਵਿੱਚੋਂ ਬਾਹਰ ਆਉਣ ਲਈ ਚਿੜੀ ਨੇ ਬਾਰ-ਬਾਰ ਪਰ ਫੜਫੜਾਈ, ਫਿਰ ਥੱਕ ਹਾਰ ਕੇ ਤੈਰਨ ਲੱਗ ਪਈ। ਉਹ ਬਾਲਟੀ ਖੂਹ ਵਰਗੀ ਸੀ। ਉਹਨੇ ਸਹਾਇਤਾ ਲਈ ਆਵਾਜ਼ਾਂ ਮਾਰੀਆਂ, ਪਰ ਉਹਦੀਆਂ ਆਵਾਜ਼ਾਂ ਖੂਹ ਤੋਂ ਬਾਹਰ ਨਹੀਂ ਸਨ ਜਾ ਰਹੀਆਂ। ਐਨ ਉਸ ਵੇਲੇ ਚਿੜਾ ਉੱਥੇ ਆਣ ਉਤਰਿਆ। ਯਤਨਾਂ ਦੇ ਬਾਵਜੂਦ ਵੀ ਉਹਨੂੰ ਆਲਣੇ ਲਈ ਕੋਈ ਵਧੀਆ ਥਾਂ ਨਹੀਂ ਲੱਭੀ ਸੀ। ਚੋਗਾ ਪਾਣੀ ਵੀ ਚਿੜੇ ਨੂੰ ਨਹੀਂ ਮਿਲਿਆ ਸੀ। ਉਹ ਬੇਹਾਲ ਹੋਇਆ ਪਿਆ ਸੀ। ਚਿੜੀ ਨੂੰ ਬਾਲਟੀ 'ਚ ਡਿੱਗਦਿਆਂ ਵੇਖ ਕੇ ਚਿੜੇ ਨੂੰ ਆਪਣਾ ਦੁੱਖ ਭੁੱਲ ਗਿਆ। ਚਿੜਾ ਬਾਲਟੀ ਉੱਤੇ ਮੰਡਰਾਉਣ ਲੱਗ ਪਿਆ। ਚਿੜੇ ਨੇ ਇੱਕ ਝੜਿਆ ਹੋਇਆ ਪੱਤਾ ਚੁੰਝ 'ਚ ਚੁੱਕ ਕੇ ਬਾਲਟੀ 'ਚ ਸੁੱਟ ਦਿੱਤਾ। ਜੇ ਚਿੜੀ ਦਾ ਭਾਰ ਥੋੜ੍ਹਾ ਹੁੰਦਾ ਤਾਂ ਭਾਵੇਂ ਪੱਤੇ ਨੂੰ ਬੇੜੀ ਵਾਂਗ ਵਰਤ ਲੈਂਦੀ। ਚਿੜੀ ਦਾ ਭਾਰ ਉਸ ਪੱਤੇ ਨਾਲੋਂ ਵੱਧ ਸੀ। ਚਿੜੇ ਨੇ ਚੁੰਝ ਨਾਲ ਕੁਝ ਤਿਣਕੇ ਵੀ ਬਾਲਟੀ 'ਚ ਸੁੱਟੇ। ਤਿਣਕੇ ਵੀ ਚਿੜੀ ਦਾ ਸਹਾਰਾ ਨਹੀਂ ਬਣੇ। ਚਿੜਾ ਬੇਵੱਸ ਹੋਇਆ ਕੁਝ ਚਿਰ ਬਾਲਟੀ ਉੱਤੇ ਉੱਡਦਾ ਰਿਹਾ ਤੇ ਫਿਰ ਉਹ ਕੰਧ ਉੱਤੇ ਬੈਠ ਗਿਆ। ਚਿੜੀ ਪਾਣੀ 'ਚ ਤੈਰਦੀ ਹੀ ਰਹੀ। ਫਿਰ ਉਹਦੇ ਉੱਤੇ ਬੇਹੋਸ਼ੀ ਤਾਰੀ ਹੋਣ ਲੱਗ ਪਈ। ਟੁੱਟੀ ਹੋਈ ਕਨਾਲੀ ਦੇ ਠੀਕਰੇ ਕੂੜੇ 'ਚ ਸੁੱਟ ਕੇ ਬੰਟੀ ਸਕੂਲ ਤੋਂ ਮਿਲਿਆ ਹੋਇਆ ਕੰਮ ਕਰਨ ਬੈਠ ਗਿਆ। ਸਕੂਲ ਦਾ ਕੰਮ ਮੁਕਾ ਕੇ ਉਹਨੇ ਖੇਡਣ ਬਾਰੇ ਸੋਚਿਆ। ਬੰਟੀ ਬੂਹਾ ਖੋਲ ਕੇ ਵਿਹੜੇ 'ਚ ਆ ਗਿਆ। ਚਿੜਾ ਕੰਧ ਤੋਂ ਉੱਡ ਕੇ ਬੰਟੀ ਦੁਆਲੇ ਲੂਰੀਆਂ ਲੈਣ ਲੱਗ ਪਿਆ। ਉਹਨੇ ਲਗਾਤਾਰ ਚੀਂ ਚੀਂ ਕੀਤੀ। ਬੰਟੀ ਨੂੰ ਚਿੜੀ ਦੇ ਬਾਲਟੀ 'ਚ ਡਿੱਗ ਪੈਣ ਬਾਰੇ ਦੱਸਿਆ। ਚਿੜੀ ਦੀਆਂ ਚੂਕਾਂ ਦੀ ਬੰਟੀ ਨੂੰ ਸਮਝ ਨਹੀਂ ਸੀ ਆਈ। ਉਹਨੇ ਹੱਥ ਨਾਲ ਚਿੜੇ ਨੂੰ ਛਿਛਕਾਰਿਆ। ਚਿੜਾ ਉੱਥੋਂ ਪਰਾਂ ਹੋ ਕੇ ਬਾਲਟੀ ਉੱਤੇ ਗੇੜੇ ਦੇਣ ਲੱਗ ਪਿਆ। ਬੰਟੀ ਨੇ ਬਾਲਟੀ ਕੋਲ ਜਾ ਕੇ ਵੇਖਿਆ। ਬਾਲਟੀ 'ਚ ਚਿੜੀ ਸੀ। ਚਿੜੀ ਨਿਢਾਲ ਹੋ ਚੁੱਕੀ ਸੀ। ਉਹ ਡੁੱਬਣ ਵਾਲੀ ਸੀ। ਬੰਟੀ ਨੇ ਛੇਤੀ ਨਾਲ ਬਾਲਟੀ ਟੇਢੀ ਕਰ ਦਿੱਤੀ। ਪਾਣੀ ਖੁਰੇ 'ਚ ਡੁੱਲ ਗਿਆ। ਚਿੜੀ ਪਾਣੀ ਨਾਲ ਰੁੜ ਕੇ ਬਾਹਰ ਆ ਗਈ। ਉਹ ਡਿੱਗੀ ਪਈ ਹੋਰੂ ਜਿਹੀ ਸਾਹ ਲੈ ਰਹੀ ਸੀ। ਉਹਦੀ ਚੁੰਝ ਖੁੱਲੀ ਹੋਈ ਸੀ। ਫਿਰ ਉਹ ਛੇਤੀ ਸਹਿਜ ਹੋ ਗਈ ਤੇ ਉੱਠ ਕੇ ਬੈਠ ਗਈ। ਚਿੜਾ ਚਿੜੀ ਕੋਲ ਆ ਗਿਆ। ਉਹਨੇ ਚਿੜੀ ਦੇ ਖੰਭਾਂ 'ਚ ਚੁੰਝਾਂ ਮਾਰੀਆਂ ਤੇ ਉਹਦੇ ਖੰਭ ਖਿਲਾਰਨ ਦਾ ਯਤਨ ਕੀਤਾ। ਚਿੜੀ ਨੇ ਭਿੱਜੇ ਹੋਏ ਪਰਾਂ ਨੂੰ ਫੜਫੜਾ ਕੇ ਪਾਣੀ ਝਾੜਿਆ। ਉਹ ਕੁਝ ਪੈਰ ਤੁਰੀ ਤੇ ਖਲੋ ਗਈ। ਇਸ ਵਾਰ ਉਹਨੇ ਪੂਰਾ ਸਰੀਰ ਛੰਡਿਆ। ਪਾਣੀ ਦੀ ਭੂਰ ਘਾਹ ਉੱਤੇ ਖਿਲਰ ਗਈ। ਟਪੂਸੀਆਂ ਭਰਦੀ ਉਹ ਗੋਲ ਗੀਟਿਆਂ ਦੇ ਚੁਬਾਰੇ ਉੱਤੇ ਜਾ ਕੇ ਬੈਠ ਗਈ। ਉਹਨੇ ਸਵੇਰ ਵਾਂਗ ਹੀ ਖੰਭ ਖਿਲਾਰ ਦਿੱਤੇ ਤੇ ਪਰਾਂ ਦੇ ਸੁੱਕਣ ਦੀ ਉਡੀਕ 'ਚ ਅੱਖਾਂ ਮੀਟ ਲਈਆਂ। ਚਿੜੀ ਨੂੰ ਡੁੱਬਦਿਆਂ ਵੇਖ ਕੇ ਚਿੜੇ ਨੂੰ ਆਪਣੀ ਭੁੱਖ ਤੇ ਭੁੱਲ ਗਈ ਸੀ। ਉਹਦੀ ਤੇਜ਼ ਤੀਬਰ ਹੋ ਕੇ ਜਾਗ ਪਈ। ਉਹ ਖੁਰੇ 'ਚ ਡੁੱਲਾ ਹੋਇਆ ਪਾਣੀ ਪੀਣ ਲੱਗ ਪਿਆ। ਰੋਸ਼ਨਦਾਨਾਂ ਵਾਲੇ ਇੱਕੋ ਘਰ ਦੇ 3 ਜਣੇ, ਚਿੜੀ, ਚਿੜਾ ਤੇ ਬੰਟੀ, ਇਕੱਠੇ ਰਹਿੰਦੇ ਹੋਏ ਵੀ ਉਹ ਇੱਕ ਦੂਜੇ ਨੂੰ ਨਹੀਂ ਸਨ ਜਾਣਦੇ। ਉਹਨਾਂ ਨੂੰ ਇੱਕ ਦੂਸਰੇ ਨੂੰ ਜਾਣਨਾ ਚਾਹੀਦਾ ਸੀ। ਅੱਜ ਦੀ ਦੁਰਘਟਨਾ ਵੇਲੇ ਤਾਂ ਚਿੜੇ ਨੇ ਬੰਟੀ ਨਾਲ ਗੱਲਾਂ ਵੀ ਕਰ ਲਈਆਂ ਸਨ। ਬੰਟੀ ਨੇ ਚਿੜੇ ਦੀ ਬੋਲੀ ਸਮਝ ਲਈ ਸੀ। ਉਹ ਤਾਂ ਹੀ ਚਿੜੀ ਦੀ ਜਾਨ ਬਚਾ ਸਕਿਆ ਸੀ। ਉਹ ਵਿਹੜੇ 'ਚ ਪਰੇਸ਼ਾਨ ਹੋਇਆ ਖੜਾ ਸੀ। ਚਿੜੀ ਬਾਲਟੀ 'ਚ ਕਿਉਂ ਉਤਰ ਗਈ ਸੀ? ਚਿੜਾ ਖੁਰੇ 'ਚ ਡੁੱਲਿਆ ਹੋਇਆ ਗੰਦਾ ਪਾਣੀ ਕਿਉਂ ਪੀਣ ਲੱਗ ਪਿਆ ਸੀ? ਬੰਟੀ ਨੇ ਅਚਾਨਕ ਮਨ 'ਚ ਆਏ ਸਵਾਲਾਂ ਦਾ ਜਵਾਬ ਬੁੱਝ ਲਿਆ। ਚਿੜੀ ਚਿੜੇ ਨੂੰ ਵਿਹੜੇ 'ਚ ਛੱਡ ਕੇ ਉਹ ਕਾਹਲੇ ਪੈਰੀ ਅੰਦਰ ਚਲਾ ਗਿਆ। ਉਹ ਛੇਤੀ ਵਾਪਸ ਪਰਤ ਆਇਆ। ਉਹਨੇ ਹੱਥਾਂ 'ਚ ਇੱਕ ਨਵੀਂ ਕਨਾਲੀ ਚੁੱਕੀ ਹੋਈ ਸੀ। ਉਸ ਕਨਾਲੀ 'ਚ ਕੁਝ ਸਮਾਨ ਵੀ ਸੀ। ਬੰਟੀ ਨੇ ਕਨਾਲੀ ਛਾਵੇਂ ਰੱਖ ਦਿੱਤੀ। ਉਹਨੇ ਕਨਾਲੀ 'ਚ ਤਾਜ਼ਾ ਪਾਣੀ ਭਰਿਆ। ਉਸ ਪਾਣੀ 'ਚ ਉਹਨੇ ਬਰਫ਼ ਦੇ ਕੁਝ ਟੁਕੜੇ ਪਾ ਦਿੱਤੇ। ਇੱਕ ਹੋਰ ਭਾਂਡੇ 'ਚ ਬੰਟੀ ਨੇ ਕੁਝ ਚੋਗਾ ਖਿਲਾਰ ਦਿੱਤਾ। ਇਹ ਨਵੀਂ ਦੋਸਤੀ ਦੀ ਸ਼ੁਰੂਆਤ ਸੀ। ਚਿੜੀ ਸਿਖਰਲੇ ਗੀਟੇ ਉੱਤੋਂ ਖੰਭ ਸਮੇਟ ਕੇ ਉੱਠੀ ਤੇ ਉੱਡ ਕੇ ਬੰਟੀ ਦੇ ਹੱਥ ਉੱਤੇ ਬੈਠ ਗਈ। ਬੰਟੀ ਨੇ ਚਿੜੀ ਵਾਲਾ ਹੱਥ ਅਸਮਾਨ ਵੱਲ ਉੱਚਾ ਕੀਤਾ। ਉਹਨੇ ਉੱਚੀ ਸਾਰੀ ਕਿਹਾ, ਹੁਣ ਮੈਂ ਹਰ ਰੋਜ਼ ਇੱਥੇ ਪਾਣੀ ਵੀ ਰੱਖਿਆ ਕਰੂੰ ਤੇ ਚੋਗਾ ਵੀ। ਚਿੜੀ ਨੇ ਚੀਂ ਚੀਂ ਬੋਲੀ 'ਚ ਕੁਝ ਕਿਹਾ ਤੇ ਹੱਥ ਉੱਤੋਂ ਉੱਡ ਗਈ। ਉਹ ਸੁਰਖਰੂ ਹੋਈ ਆਲਣੇ ਦੇ ਅੰਡਿਆਂ ਉੱਤੇ ਜਾ ਬੈਠ ਗਈ। ਚਿੜੇ ਨੇ ਬੰਟੀ ਦੇ ਸਿਰ ਉੱਤੇ ਚੀਂ ਚੀਂ ਕੀਤਾ ਤੇ ਆਲਣੇ 'ਚ ਪਹੁੰਚ ਗਿਆ। ਚਿੜੀ ਨੇ ਪਹੁੰਚੇ ਨਾਲ ਅੰਡੇ ਕੁਝ ਨੇੜੇ ਕਰ ਲਏ। ਚਿੜੀ ਦੇ ਬਹਿਣ ਲਈ ਥਾਂ ਬਣਾਈ। ਖੰਭ ਖਿਲਾਰ ਕੇ ਚਿੜੀ ਨੇ ਆਂਡਿਆਂ ਨੂੰ ਚੰਗੀ ਤਰ੍ਹਾਂ ਢੱਕ ਲਿਆ। ਸ਼ਾਮ ਢਲ ਰਹੀ ਸੀ। ਚਿੜੀ ਤੇ ਚਿੜਾ ਦੋਵੇਂ ਜਾਣ ਗਏ ਸਨ। ਹੁਣ ਉਹ ਆਲਣਾ ਛੱਡ ਕੇ ਕਿਧਰੇ ਨਹੀਂ ਜਾਣਗੇ। ਉਹ ਇੱਥੇ ਹੀ ਰਹਿਣਗੇ। ਧੰਨਵਾਦ। ਅਖੀਰਲੀ ਪ੍ਰੇਰਨਾਤਮਕ ਕਹਾਣੀ ਹੈ ਡੱਬ ਖੜੱਬਾ ਕਤੂਰਾ। ਇੱਕ ਬਿਸਕੁਟੀ ਕੁੱਤੀ ਸੀ। ਉਸ ਕੁੱਤੀ ਦਾ ਕੋਈ ਨਾਂ ਨਹੀਂ ਸੀ। ਗਲੀਆਂ 'ਚ ਤੁਰੇ ਫਿਰਨ ਵਾਲੇ ਕਿਸੇ ਵੀ ਕੁੱਤੇ ਕੁੱਤੀ ਦਾ ਕੋਈ ਨਾਂ ਨਹੀਂ ਸੀ। ਪਿੰਡ ਦੇ ਬਾਹਰ ਇੱਕ ਢੱਠਾ ਹੋਇਆ ਮਕਾਨ ਸੀ। ਬਿਸਕੁਟੀ ਕੁੱਤੀ ਉਸ ਢੱਠੇ ਹੋਏ ਮਕਾਨ ਦੇ ਖੋਲਿਆਂ 'ਚ ਘੁੰਮ ਰਹੀ ਸੀ। ਬਿਸਕੁਟੀ ਕੁੱਤੀ ਨੂੰ ਉੱਥੇ ਕੰਧਾਂ ਦਾ ਓਹਲਾ ਲੱਭ ਪਿਆ। ਉਸ ਖੋਲੇ ਦੇ ਇੱਕ ਖੂੰਜੇ 'ਚ ਉਹ ਅਗਲੇ ਪੰਜਿਆਂ ਨਾਲ ਮਿੱਟੀ ਪੁੱਟਣ ਲੱਗ ਪਈ।
ਪੁੱਟੀ ਹੋਈ ਮਿੱਟੀ ਕੁਝ ਕੁਝ ਸਿੱਲੀ ਸੀ। ਉਹ ਠੰਡੀ ਮਿੱਟੀ ਉੱਤੇ ਬੈਠ ਗਈ ਤੇ ਅੱਖਾਂ ਮੀਟ ਲਈਆਂ। ਬਿਸਕੁਟੀ ਕੁੱਤੀ ਥੱਕ ਗਈ ਸੀ। ਉਹ ਚਿਰ ਤੱਕ ਸਿੱਲੀ ਮਿੱਟੀ ਉੱਤੇ ਬੈਠੀ ਰਹੀ। ਬੈਠੀ ਬੈਠੀ ਨੂੰ ਭੁੱਖ ਲੱਗ ਗਈ। ਉੱਠ ਕੇ ਪਿੰਡ ਵੱਲ ਤੁਰ ਪਈ। ਇੱਕ ਘਰ ਦਾ ਬੂਹਾ ਖੁੱਲ੍ਹਾ ਹੋਇਆ ਸੀ। ਉਹ ਖੁੱਲ੍ਹੇ ਬੂਹੇ ਸਾਹਮਣੇ ਜਾ ਕੇ ਖਲੋ ਗਈ। ਘਰ ਦੀ ਸੁਆਣੀ ਨੇ ਉਹਨੂੰ ਛਿਚਕਾਰ ਕੇ ਉੱਥੋਂ ਨਸਾ ਦਿੱਤਾ। ਬਿਸਕੁਟੀ ਕੁੱਤੀ ਨੇ ਇੱਕ ਹੋਰ ਖੁੱਲ੍ਹਾ ਬੂਹਾ ਲੱਭ ਲਿਆ। ਉਹਨੂੰ ਉੱਥੋਂ ਵੀ ਕਿਸੇ ਨੇ ਰੋਟੀ ਨਾ ਦਿੱਤੀ। ਬਿਸਕੁਟੀ ਕੁੱਤੀ ਅਗਲੀ ਗਲੀ ਵੱਲ ਤੁਰ ਪਈ। ਆਖਰਕਾਰ ਇੱਕ ਘਰ ਨੇ ਉਹਦੇ ਅੱਗੇ ਰੋਟੀ ਰੱਖ ਦਿੱਤੀ। ਢਿੱਡ ਭਰਿਆ ਤਾਂ ਉੱਥੋਂ ਹੀ ਵਾਪਸ ਮੁੜ ਪਈ। ਢੱਠੇ ਹੋਏ ਮਕਾਨ ਦੇ ਉਸ ਖੋਲੇ 'ਚ ਬਿਸਕੁਟੀ ਕੁੱਤੀ ਨੇ ਕਤੂਰਿਆਂ ਨੂੰ ਜਨਮ ਦਿੱਤਾ। ਕਤੂਰੇ 5 ਸਨ। ਉਹ ਸਾਰਾ ਦਿਨ ਅੱਖਾਂ ਮੀਟੀ ਕੁਰ ਕੁਰ ਚੂੰ ਚੂੰ ਦੀਆਂ ਆਵਾਜ਼ਾਂ ਕੱਢਦੇ ਰਹਿੰਦੇ ਸਨ। ਉਹ ਕੁਰਬਲ ਕੁਰਬਲ ਦਾ ਪ੍ਰਭਾਵ ਦਿੰਦੇ ਤੇ ਹਰ ਵੇਲੇ ਇੱਕ ਦੂਜੇ 'ਚ ਘੁਸਰ ਜਾਣ ਦਾ ਯਤਨ ਕਰਦੇ। ਮਾਂ ਕੋਲ ਹੁੰਦੀ ਤਾਂ ਉਹਦੇ ਥਣਾਂ ਨੂੰ ਚਿੰਬੜ ਕੇ ਦੁੱਧ ਚੁੰਘਣ ਲੱਗ ਪੈਂਦੇ। ਬਿਸਕੁਟੀ ਕੁੱਤੀ ਨੇ ਮਮਤਾਵਾਨ ਹੋ ਕੇ ਆਪਣੇ ਭਰੇ ਪੂਰੇ ਟੱਬਰ ਵੱਲ ਵੇਖਿਆ। ਸਾਰੇ ਕਤੂਰੇ ਇੱਕ ਤੋਂ ਇੱਕ ਵੱਧ ਸੋਹਣੇ ਸਨ। ਇੱਕ ਕਤੂਰਾ ਚਿੱਟਾ ਸੀ। ਦੂਸਰੇ ਕਤੂਰੇ ਦੇ ਚਿੱਟੇ ਰੰਗ ਉੱਤੇ ਬਿਸਕੁਟੀ ਡੱਬੇ ਸਨ। ਤੀਜਾ ਕਤੂਰਾ ਪੂਰਾ ਬਿਸਕੁਟੀ ਸੀ ਤੇ ਚੌਥਾ ਕਤੂਰਾ ਭੂਸੜਾ ਜਿਹਾ। ਪੰਜਵਾਂ ਕਤੂਰਾ ਡੱਬ ਖੜੱਬਾ ਸੀ, ਨਿੱਕੇ ਨਿੱਕੇ ਡੱਬਾਂ ਨਾਲ ਢਕਿਆ ਹੋਇਆ। ਕੁਝ ਦਿਨਾਂ ਪਿੱਛੋਂ ਕਤੂਰਿਆਂ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹਨਾਂ ਹੈਰਾਨ ਹੋ ਕੇ ਚੁਫੇਰੇ ਵੇਖਿਆ। ਢੱਠੀਆਂ ਕੰਧਾਂ, ਰੁੱਖ ਝਾੜੀਆਂ ਤੇ ਮਲਬੇ ਦੇ ਨਿੱਕੇ ਵੱਡੇ ਢੇਰ। ਸਿਰ ਉੱਤੇ ਅਸਮਾਨ। ਰਾਤ ਹੋਈ ਤਾਂ ਟਿਮ ਟਿਮ ਕਰਦੇ ਤਾਰੇ ਦਿਸਣ ਲੱਗ ਪਏ। ਫਿਰ ਚੰਨ ਵੀ ਚੜਿਆ, ਗੋਲ ਰੋਟੀ ਵਰਗਾ। ਕਦੀ ਜਾਪੇ ਚੰਨ ਦੁੱਧ ਦਾ ਭਰਿਆ ਹੋਇਆ ਛੰਨਾ ਹੈ। ਅਜੇ ਉਹ ਕਤੂਰੇ ਚੰਗੀ ਤਰ੍ਹਾਂ ਤੁਰ ਨਹੀਂ ਸਨ ਸਕਦੇ। ਉਹ ਕੁਝ ਕਦਮ ਤੁਰਦੇ ਸਨ ਤੇ ਡਿੱਗ ਪੈਂਦੇ ਸਨ। ਲੱਗਦਾ ਸੀ ਉਹ ਡੋਲਦੇ ਪੈਰਾਂ ਨਾਲ ਹੀ ਸਾਰੀ ਦੁਨੀਆ ਵੇਖ ਲੈਣਾ ਚਾਹੁੰਦੇ ਸਨ। ਉਹਨਾਂ ਕਤੂਰਿਆਂ ਦਾ ਜਿੱਧਰ ਵੀ ਮੂੰਹ ਹੁੰਦਾ ਉੱਧਰ ਹੀ ਤੁਰ ਪੈਂਦੇ। ਕਤੂਰੇ 4 ਦਿਸ਼ਾਵਾਂ ਵਿੱਚ ਫੈਲ ਜਾਂਦੇ। ਬਿਸਕੁਟੀ ਕੁੱਤੀ ਕਤੂਰਿਆਂ ਪਿੱਛੇ ਨੱਸਦੀ। ਉਹ ਇੱਕ ਇੱਕ ਕਰਕੇ ਉਹਨਾਂ ਨੂੰ ਮੂੰਹ 'ਚ ਚੁੱਕਦੀ ਤੇ ਢੱਠੇ ਹੋਏ ਮਕਾਨ ਦੇ ਉਸ ਖੂੰਜੇ 'ਚ ਲਿਆ ਸੁੱਟਦੀ। ਕਤੂਰੇ ਉੱਠ ਕੇ ਮੁੜ ਤੁਰ ਪੈਂਦੇ। ਬਿਸਕੁਟੀ ਕੁੱਤੀ ਦਾ ਪੂਰਾ ਦਿਨ ਕਤੂਰਿਆਂ ਨੂੰ ਇਕੱਠਿਆਂ ਕਰਨ 'ਚ ਹੀ ਬੀਤ ਜਾਂਦਾ। ਕਤੂਰੇ ਜਿਉਂ-ਜਿਉਂ ਵੱਡੇ ਹੋ ਰਹੇ ਸਨ, ਬਿਸਕੁਟੀ ਕੁੱਤੀ ਲਈ ਉਹਨਾਂ ਨੂੰ ਸਾਂਭਣ ਦਾ ਕੰਮ ਔਖਾ ਹੋਈ ਜਾ ਰਿਹਾ ਸੀ। ਤੇ ਫਿਰ ਇੱਕ ਦਿਨ ਕਤੂਰੇ ਗੁਆਚ ਗਏ। ਬਿਸਕੁਟੀ ਕੁੱਤੀ ਰੋਟੀ ਲੱਭਣ ਪਿੰਡ ਗਈ ਹੋਈ ਸੀ। ਇੱਕ ਖੁੱਲ੍ਹੇ ਬੂਹੇ ਵਾਲਿਆਂ ਨੇ ਉਹਨੂੰ ਖੈਰ ਪਾ ਦਿੱਤੀ। ਉਹ ਭੋਜਨ ਮੁਕਾ ਕੇ ਵਾਪਸ ਮੁੜ ਆਈ। ਢੱਠੇ ਹੋਏ ਮਕਾਨ 'ਚ ਚੁੱਪ ਪਸਰੀ ਹੋਈ ਸੀ। ਕੁੱਤੀ ਕਤੂਰਿਆਂ ਵਾਲੇ ਖੂੰਜੇ ਵੱਲ ਦੌੜੀ। ਖੂੰਜਾ ਸੁੰਨਾ ਸੀ। ਬਿਸਕੁਟੀ ਕੁੱਤੀ ਨੂੰ ਵਾਪਸ ਆਉਂਦਿਆਂ ਦੇਰ ਹੋ ਗਈ ਸੀ। ਕਤੂਰਿਆਂ ਨੂੰ ਇੱਧਰ ਉੱਧਰ ਜਾਣ ਤੋਂ ਰੋਕਣ ਵਾਲਾ ਕੋਈ ਨਹੀਂ ਸੀ। ਉਹ ਆਪ ਮੁਹਾਰੇ ਹੋ ਕੇ ਤੁਰ ਗਏ ਸਨ। ਬਿਸਕੁਟੀ ਕੁੱਤੀ ਕਤੂਰਿਆਂ ਨੂੰ ਲੱਭਣ ਤੁਰ ਪਈ। ਉਸ ਦਿਨ ਕਤੂਰੇ ਢੱਠੇ ਹੋਏ ਮਕਾਨ ਦੀ ਹੱਦ ਤੋਂ ਵੀ ਬਾਹਰ ਚਲੇ ਗਏ ਸਨ। ਚਿੱਟਾ ਕਤੂਰਾ ਇੱਕ ਰੂੜੀ ਦੇ ਢੇਰ ਉੱਤੇ ਚੜਿਆ ਹੋਇਆ ਸੀ। ਉਸ ਉੱਚੇ ਪਹਾੜ ਦੀ ਟੀਸੀ ਤੋਂ ਦੁਨੀਆ ਵੇਖ ਰਿਹਾ ਸੀ। ਭੂਸਲਾ ਕਤੂਰਾ ਹਰੇ ਭਰੇ ਖੇਤਾਂ ਵੱਲ ਤੁਰਿਆ ਫਿਰਦਾ ਸੀ। ਉਹ ਇੱਕ ਟਿੱਡੇ ਨੂੰ ਫੜਨ ਲਈ ਭੁੜਕ ਰਿਹਾ ਸੀ। ਤੇ ਉਹ ਕਤੂਰਾ ਜਿਹੜਾ ਪੂਰਾ ਬਿਸਕੁਟੀ ਸੀ, ਉਹ ਇੱਕ ਖਾਲ ਟੱਪਣ ਲੱਗਾ ਡਿੱਗ ਪਿਆ ਸੀ। ਉਹ ਖਾਲ ਦੇ ਚਿੱਕੜ ਨਾਲ ਲਿਬੜ ਗਿਆ ਸੀ। ਉਹਦਾ ਬਿਸਕੁਟੀ ਰੰਗ ਚਿੱਕੜ ਦੇ ਰੰਗ ਵਰਗਾ ਹੀ ਦਿਸਣ ਲੱਗ ਪਿਆ ਸੀ। ਉਹ ਖਾਲ 'ਚੋਂ ਬਾਹਰ ਨਿਕਲਣ ਦੇ ਯਤਨ 'ਚ ਬਾਰ-ਬਾਰ ਖਾਲ 'ਚ ਡਿੱਗ ਪੈਂਦਾ ਸੀ। ਚੌਥਾ ਕਤੂਰਾ ਇੱਕ ਝਾੜੀ 'ਚ ਫਸਿਆ ਹੋਇਆ ਸੀ। ਉਹ ਝਾੜੀ 'ਚੋਂ ਬਾਹਰ ਆਉਣਾ ਚਾਹੁੰਦਾ ਸੀ, ਪਰ ਹੋਰ ਜ਼ਿਆਦਾ ਉਲਝ ਜਾਂਦਾ ਸੀ। ਬਿਸਕੁਟੀ ਕੁੱਤੀ ਆਪਣੇ ਲਾਡਲਿਆਂ ਨੂੰ ਇਕੱਠੇ ਕਰਨ ਲੱਗ ਪਈ। ਜਿਹੜਾ ਕਤੂਰਾ ਵੀ ਲੱਭ ਪੈਂਦਾ ਉਹ ਮੂੰਹ 'ਚ ਚੁੱਕ ਲੈਂਦੀ ਤੇ ਢੱਠੇ ਮਕਾਨ ਦੇ ਖੋਲੇ ਵੱਲ ਤੁਰ ਪੈਂਦੀ। ਕਤੂਰੇ ਦੇ ਭਾਰ ਨਾਲ ਉਹਦੀਆਂ ਬਾਚੀਆਂ ਥੱਕ ਜਾਂਦੀਆਂ ਤਾਂ ਕਤੂਰੇ ਨੂੰ ਭੁੱਜੇ ਰੱਖ ਦਿੰਦੀ। ਕੁਝ ਚਿਰ ਸਾਹ ਲੈਂਦੀ ਤੇ ਮੁੜ ਕਤੂਰੇ ਨੂੰ ਮੂੰਹ 'ਚ ਚੁੱਕ ਲੈਂਦੀ। ਚਿੱਕੜ 'ਚ ਲਿਬੜੇ ਹੋਏ ਕਤੂਰੇ ਨੂੰ ਚੁੱਕਣ ਦੀ ਵਾਰੀ ਆਈ ਤਾਂ ਬਿਸਕੁਟੀ ਕੁੱਤੀ ਨੇ ਉਹਨੂੰ ਪੈਰਾਂ ਨਾਲ ਧੱਕ ਕੇ ਸਵੱਛ ਪਾਣੀ 'ਚ ਸੁੱਟਿਆ। ਉਹਨੇ ਕਤੂਰੇ ਨੂੰ 2-3 ਵਾਰ ਡੋਬਾ ਦਿੱਤਾ। ਕਤੂਰੇ ਦਾ ਚਿੱਕੜ ਸਾਫ਼ ਹੋ ਗਿਆ। ਉਹਦਾ ਬਿਸਕੁਟੀ ਰੰਗ ਦਿਸਣ ਲੱਗ ਪਿਆ। ਉਹਨੂੰ ਵੀ ਬਿਸਕੁਟੀ ਕੁੱਤੀ ਨੇ ਉਸ ਖੂੰਜੇ 'ਚ ਜਾ ਸੁੱਟਿਆ। ਬਿਸਕੁਟੀ ਕੁੱਤੀ ਨੇ ਨਜ਼ਰਾਂ ਨਾਲ ਕਤੂਰਿਆਂ ਨੂੰ ਗਿਣਿਆ। ਕਤੂਰੇ 4 ਸਨ। 5ਵਾਂ ਕਤੂਰਾ ਕਿਧਰੇ ਵੀ ਨਹੀਂ ਸੀ। ਬਿਸਕੁਟੀ ਕੁੱਤੀ ਆਪਣੇ 5ਵੇਂ ਕਤੂਰੇ ਨੂੰ ਲੱਭਣ ਤੁਰ ਪਈ। ਉਹਨੇ ਕਈ ਗਲੀਆਂ ਕੱਛ ਲਈਆਂ, ਪਰ ਡੱਬ ਖੜੱਬੇ ਕਤੂਰੇ ਦੀ ਕਿਧਰੇ ਵੀ ਸੂਹ ਨਹੀਂ ਸੀ। ਬਿਸਕੁਟੀ ਕੁੱਤੀ ਥੱਕੀ ਹਾਰੀ ਖੋਲੇ 'ਚ ਪਰਤ ਆਈ। ਚਾਰੇ ਕਤੂਰੇ ਸ਼ਾਂਤ ਸਨ। ਉਹਨਾਂ ਨੂੰ ਵੀ ਜਿਵੇਂ ਖੁੜਕ ਗਈ ਸੀ ਕਿ ਕਿਧਰੇ ਕੁਝ ਗਲਤ ਹੋ ਗਿਆ ਸੀ। ਬਿਸਕੁਟੀ ਕੁੱਤੀ ਨੇ ਇੱਕ ਵਾਰ ਆਪਣੇ ਕਤੂਰਿਆਂ ਵੱਲ ਵੇਖਿਆ ਤੇ ਫਿਰ ਲੱਤਾਂ 'ਚ ਸਿਰ ਦੇ ਲਿਆ ਸੀ। ਉਹ ਬਹੁਤ ਉਦਾਸ ਸੀ। ਸਕੂਲ 'ਚ ਛੁੱਟੀ ਦੀ ਘੰਟੀ ਕੁਝ ਦੇਰ ਤੱਕ ਵੱਜਦੀ ਰਹੀ। ਪਾੜਿਆਂ ਦਾ ਰੌਲਾ ਉੱਚਾ ਹੋ ਗਿਆ। ਉਹ ਬਸਤੇ ਚੁੱਕੀ ਬਾਹਰ ਵੱਲ ਨੂੰ ਦੌੜੇ। ਸਕੂਲ ਤੋਂ ਬਾਹਰ ਆ ਕੇ ਉਹ ਘਰਾਂ ਨੂੰ ਤੁਰ ਪਏ।
ਵੀਰ ਨੂੰ ਕੱਚੇ ਰਾਹ ਉੱਤੇ ਤੁਰਿਆ ਜਾਂਦਾ ਇੱਕ ਡੱਬ ਖੜੱਬਾ ਕਤੂਰਾ ਦਿਸਿਆ। ਵੀਰ ਨੇ ਨੱਸ ਕੇ ਉਸ ਕਤੂਰੇ ਨੂੰ ਚੁੱਕ ਲਿਆ। ਵੀਰ ਵਾਲੀ ਟੋਲੀ 4-5 ਮੁੰਡਿਆਂ ਦੀ ਸੀ। ਉਹ ਕਤੂਰਾ ਸਭ ਤੋਂ ਪਹਿਲਾਂ ਵੀਰ ਨੇ ਹੀ ਵੇਖਿਆ ਸੀ, ਚੁੱਕਿਆ ਵੀ ਉਸੇ ਨੇ ਸੀ, ਇਸ ਲਈ ਡੱਬ ਖੜੱਬਾ ਕਤੂਰਾ ਹੁਣ ਵੀਰ ਦਾ ਹੀ ਸੀ। ਬੇਲੀਆਂ ਨੇ ਵੀਰ ਦੁਆਲੇ ਝੁਰਮਟ ਪਾ ਲਿਆ। ਹਰ ਕੋਈ ਉਸ ਕਤੂਰੇ ਨੂੰ ਚੁੱਕਣਾ ਚਾਹੁੰਦਾ ਸੀ। ਵੀਰ ਨੇ ਐਲਾਨ ਕਰ ਦਿੱਤਾ, ਇਹ ਕਤੂਰਾ ਅੱਜ ਤੋਂ ਮੇਰਾ ਹੈ ਤੇ ਮੈਂ ਇਹਨੂੰ ਰੱਖ ਲਿਆ। ਮੁੰਡੇ ਵਾਰੀ-ਵਾਰੀ ਕਤੂਰੇ ਨੂੰ ਚੁੱਕ ਕੇ ਵੇਖਣ ਲੱਗ ਪਏ। ਛੇਤੀ ਉਹਨਾਂ ਦੀ ਦਿਲਚਸਪੀ ਕਤੂਰੇ 'ਚ ਮੁੱਕ ਗਈ। ਵੀਰਾ ਕਤੂਰੇ ਨੂੰ ਲੈ ਕੇ ਘਰ ਪਹੁੰਚ ਗਿਆ। ਮਾਂ ਨੇ ਕਤੂਰੇ ਨੂੰ ਵੇਖ ਕੇ ਝਿੜਕਿਆ, ਇਹ ਕਤੂਰਾ ਕਿੱਥੋਂ ਚੁੱਕ ਲਿਆ? ਇਹਦੀ ਮਾਂ ਇਹਨੂੰ ਲੱਭਦੀ ਹੋ। ਮੈਨੂੰ ਤਾਂ ਕੱਚੀ ਸੜਕ ਉੱਤੇ ਤੁਰਿਆ ਜਾਂਦਾ ਲੱਭਾ। ਉੱਥੇ ਤਾਂ ਕੋਈ ਕੁੱਤੀ ਨੇੜੇ ਤੇੜੇ ਵੀ ਨਹੀਂ ਸੀ। ਫਿਰ ਵੀ ਉੱਥੇ ਇਹਨੇ ਕਿਸੇ ਗੱਡੇ ਜਾਂ ਟਾਂਗੇ ਹੇਠ ਆ ਜਾਣਾ ਸੀ, ਤਾਂ ਹੀ ਮੈਂ ਚੁੱਕ ਕੇ ਲੈ ਆਇਆ ਹਾਂ। ਹੁਣ ਮੈਨੂੰ ਕੀ ਪਤਾ ਇਹਦਾ ਘਰ ਕਿੱਥੇ ਹੈ। ਇਸ ਗੱਲਬਾਤ ਤੋਂ ਪਿੱਛੋਂ ਮਾਂ ਨੇ ਕਤੂਰੇ ਨੂੰ ਰੱਖਣ ਦੀ ਸਹਿਮਤੀ ਦੇ ਦਿੱਤੀ। ਡੱਬ ਖੜੱਬੇ ਕਤੂਰੇ ਦਾ ਨਾਂ ਵੀਰ ਨੇ ਮੋਤੀ ਰੱਖ ਦਿੱਤਾ। ਹੌਲੀ-ਹੌਲੀ ਕਤੂਰੇ ਨੂੰ ਵੀ ਪਤਾ ਲੱਗ ਗਿਆ ਕਿ ਉਹਦਾ ਨਾਂ ਮੋਤੀ ਹੈ। ਤੇ ਮੋਤੀ ਕਹਿ ਕੇ ਆਵਾਜ਼ ਦਿੰਦਾ ਤਾਂ ਉਹਦੇ ਕੰਨ ਖੜੇ ਹੋ ਜਾਂਦੇ। ਉਹ ਨੱਸ ਕੇ ਆਵਾਜ਼ ਦੇਣ ਵਾਲੇ ਕੋਲ ਪਹੁੰਚ ਜਾਂਦਾ ਤੇ ਉਹਦੇ ਦੁਆਲੇ ਲੂਰੀਆਂ ਲੈਣ ਲੱਗ ਪੈਂਦਾ। ਮੋਤੀ ਨੂੰ ਵੀਰ ਹੋਰ ਵੀ ਕਈ ਕੁਝ ਸਿਖਾਉਣਾ ਚਾਹੁੰਦਾ ਸੀ। ਇੱਕ ਦਿਨ ਵੀਰ ਨੇ ਖਿੱਦੋ ਦੂਰ ਵਗਾਹ ਮਾਰੀ ਤੇ ਮੋਤੀ ਨੂੰ ਚੁੱਕ ਕੇ ਲਿਆਉਣ ਲਈ ਆਖਿਆ। ਮੋਤੀ ਖਿੱਦੋ ਦੇ ਪਿੱਛੇ ਦੌੜਿਆ ਵੀ, ਪਰ ਖਿੱਦੋ ਕੋਲ ਪਹੁੰਚ ਕੇ ਖਿੱਦੋ ਦੁਆਲੇ ਟਪੂਸੀਆਂ ਮਾਰਨ ਲੱਗ ਪਿਆ ਤੇ ਫਿਰ ਖਿੱਦੋ ਨੂੰ ਨੌਂਦਰਾਂ ਤੇ ਦੰਦਾਂ ਨਾਲ ਉਧੇੜ ਦਿੱਤਾ। ਇੱਕ ਹੋਰ ਦਿਨ ਉਹ ਪੁਰਾਣੇ ਦੀ ਜੁੱਤੀ ਕਿਧਰੇ ਦੂਰ ਸੁੱਟ ਆਇਆ। ਮਾਂ ਨੇ ਵੀਰ ਲਈ ਖਾਣਾ ਪਰੋਸਿਆ ਤਾਂ ਮੋਤੀ ਅਗਾਂਹ ਹੋ ਕੇ ਆਪ ਖਾਣ ਲੱਗ ਪਿਆ। ਵੀਰ ਦੀ ਮਾਂ ਨੇ ਇੱਕ ਸਵੇਰ ਕੱਪੜੇ ਧੋਤੇ ਤੇ ਸੁੱਕਣ ਲਈ ਤਣੀ ਉੱਤੇ ਪਾ ਦਿੱਤੇ। ਇੱਕ ਕੱਪੜਾ ਮੋਤੀ ਦੇ ਕਾਬੂ ਆ ਗਿਆ। ਮੋਤੀ ਦੇ ਉਹ ਕੱਪੜਾ ਲੀਰਾਂ ਕਰ ਦਿੱਤਾ। ਇੱਕ ਰਾਤ ਮੋਤੀ ਨੇ ਬਲਦਾ ਹੋਇਆ ਦੀਵਾ ਟੇਢਾ ਕਰ ਦਿੱਤਾ। ਨੇੜੇ ਪਈਆਂ ਵਸਤਾਂ ਲੱਟ ਬਲਣ ਲੱਗ ਪਈਆਂ। ਪੂਰਾ ਘਰ ਅੱਗ ਦੀ ਲਪੇਟ 'ਚ ਆ ਜਾਣਾ ਸੀ, ਪਰ ਬਚਾਅ ਹੋ ਗਿਆ। ਮੋਤੀ ਬਹੁਤ ਨੁਕਸਾਨ ਕਰਨ ਲੱਗ ਪਿਆ ਸੀ। ਘਰ ਦੇ ਜੀਅ ਤੰਗ ਪੈ ਗਏ। ਵੀਰ ਦਾ ਬਾਪੂ ਸਾਰਿਆਂ ਦੀ ਸਲਾਹ ਨਾਲ ਮੋਤੀ ਨੂੰ ਕਿਧਰੇ ਦੂਰ ਛੱਡ ਆਇਆ। ਮੋਤੀ ਨਿੱਕਾ ਸੀ, ਮਾਸੂਮ ਸੀ, ਸ਼ਰਾਰਤਾਂ ਕਰਦਾ ਪਿਆਰਾ ਲੱਗਦਾ ਸੀ। ਉਹਦੇ ਲਈ ਤਾਂ ਵਸਤਾਂ ਦੀ ਭੰਨ ਤੋੜ ਵੀ ਖੇਡ ਵਾਂਗ ਹੀ ਸੀ। ਉਹਨੂੰ ਚੰਗੀ ਮਾੜੀ ਗੱਲ ਦਾ ਕੀ ਪਤਾ। ਸਾਰਿਆਂ ਨੇ ਦਿਲੋਂ ਚਾਹਿਆ ਕਿ ਮੋਤੀ ਵਾਪਸ ਘਰ ਆ ਜਾਏ। ਇੱਕ ਦਿਨ ਮੋਤੀ ਸੱਚਮੁੱਚ ਹੀ ਵਾਪਸ ਆ ਗਿਆ। ਉਹ ਡਿੱਗਣ ਕਰਦਾ ਤੁਰ ਰਿਹਾ ਸੀ। ਵੀਰ ਨੂੰ ਵਿਹੜੇ 'ਚ ਖਲੋਤਾ ਵੇਖ ਕੇ ਮੋਤੀ ਨੂੰ ਪਿਛਲੇ ਦਿਨਾਂ ਦੀ ਭੁੱਖ ਭੁੱਲ ਗਈ। ਉਹ ਵੀਰ ਵੱਲ ਨੱਸਿਆ ਤੇ ਅਗਲੇ ਪੈਰ ਚੁੱਕ ਕੇ ਵੀਰ ਨਾਲ ਚੰਬੜ ਗਿਆ। ਵੀਰ ਨੇ ਵੀ ਉਹਨੂੰ ਆਪਣੇ ਨਾਲ ਘੁੱਟ ਲਿਆ। ਮੋਤੀ ਕੁਝ ਦਿਨਾਂ ਵਿੱਚ ਹੀ ਨਵਾਂ ਨਰੋਆ ਦਿਸਣ ਲੱਗ ਪਿਆ ਤੇ ਪਹਿਲਾਂ ਵਾਂਗ ਹੀ ਉਹਨੇ ਵਸਤਾਂ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ। ਇੱਕ ਦਿਨ ਵੀਰ ਦੇ ਬਾਪੂ ਦਾ ਦੋਸਤ ਰਤਨ ਸਿੰਘ ਮਿਲਣ ਆਇਆ। ਉਹਨੇ ਆਪਣੇ ਘਰ ਕੁੱਤੇ ਪਾਲੇ ਹੋਏ ਸਨ। ਮੋਤੀ ਬਾਰੇ ਸੁਣ ਕੇ ਉਸ ਕਿਹਾ ਕਿ ਉਹ ਬੇਜ਼ੁਬਾਨ ਤੁਹਾਨੂੰ ਪਿਆਰ ਕਰਦਾ ਹੈ, ਉਹ ਤਾਂ ਹੀ ਤੁਹਾਡੇ ਕੋਲ ਪਰਤ ਆਇਆ। ਪਰ ਉਹ ਸਿੱਖਦਾ ਕੁਝ ਨਹੀਂ। ਅਸੀਂ ਤਾਂ ਅੱਕ ਗਏ ਹਾਂ ਉਹਦੇ ਕੋਲੋਂ। ਜਨੌਰਾਂ ਨੂੰ ਸਿਖਾਉਣ ਦਾ ਵੀ ਖਾਸ ਤਰੀਕਾ ਹੁੰਦਾ। ਹੁਣ ਮੋਤੀ ਨੂੰ ਚੰਗੀਆਂ ਆਦਤਾਂ ਪਾਉਣ ਦੀ ਜ਼ਿੰਮੇਵਾਰੀ ਮੇਰੀ। ਰਤਨ ਸਿੰਘ ਨੇ ਉਸੇ ਦਿਨ ਤੋਂ ਮੋਤੀ ਦੀ ਸਿਖਲਾਈ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਵਿੱਚ ਹੀ ਮੋਤੀ ਚੰਗਾ ਕਤੂਰਾ ਬਣ ਗਿਆ। ਸਕੂਲ ਵਿੱਚ ਅੱਧੇ ਦਿਨ ਦੀ ਛੁੱਟੀ ਹੋ ਗਈ। ਵੀਰ ਨੇ ਬਸਤਾ ਚੁੱਕਿਆ ਤੇ ਸਿੱਧਾ ਘਰ ਪਹੁੰਚ ਗਿਆ। ਮੋਤੀ ਉਹਦੇ ਅੱਗੇ ਕੁਝ ਪਿੱਛੇ ਲੂਰੀਆਂ ਲੈਣ ਲੱਗ ਪਿਆ। ਬਸਤਾ ਰੱਖ ਕੇ ਵੀਰ ਨੇ ਮੋਤੀ ਨੂੰ ਚੁੱਕ ਲਿਆ। ਅਚਨਚੇਤੀ ਮੋਤੀ ਦੇ ਕੰਨ ਖੜੇ ਹੋ ਗਏ। ਉਹਦੇ ਕੰਨਾਂ ਨੇ ਕੋਈ ਆਵਾਜ਼ ਸੁਣੀ ਸੀ। ਮੋਤੀ ਛਾਲ ਮਾਰ ਕੇ ਹੇਠਾਂ ਉਤਰਿਆ ਤੇ ਬਾਹਰ ਦੇ ਬੂਹੇ ਵੱਲ ਦੌੜਿਆ। ਮੋਤੀ ਨੂੰ ਇਹ ਅਚਾਨਕ ਕੀ ਹੋ ਗਿਆ ਸੀ। ਵੀਰ ਵੀ ਬਾਹਰਲੇ ਬੂਹੇ ਵੱਲ ਔਲਿਆ। ਬਾਹਰਲੀਆਂ ਬਰੂਹਾਂ ਵਿੱਚ ਖਲੋ ਕੇ ਮੋਤੀ ਨੇ ਪੂਛ ਹਿਲਾਈ ਤੇ ਉੱਚੀ ਸਾਰੀ ਭੌਂਕਿਆ। ਵੀਰ ਨੇ ਵੇਖਿਆ ਬੂਹੇ ਦੇ ਬਾਹਰ ਇੱਕ ਬਿਸਕੁਟੀ ਕੁੱਤੀ ਖਲੋਤੀ ਹੋਈ ਸੀ। ਉਸ ਕੁੱਤੀ ਦੇ ਦੁਆਲੇ ਮੋਤੀ ਦੀ ਉਮਰ ਦੇ 4 ਕਤੂਰੇ ਮੂੰਹ ਚੁੱਕੀ ਖੜੇ ਸਨ। ਢੱਠੇ ਹੋਏ ਮਕਾਨ ਦੇ ਖੋਲੇ 'ਚ 4 ਕਤੂਰੇ ਖਰਮਸਤੀਆਂ ਕਰ ਰਹੇ ਸਨ। ਬਿਸਕੁਟੀ ਕੁੱਤੀ ਦਾ ਮੂੰਹ ਖੁੱਲ੍ਹਾ ਹੋਇਆ ਸੀ। ਉਹਦੀ ਲੰਮੀ ਜੀਭ ਮੂੰਹ ਤੋਂ ਬਾਹਰ ਲਟਕ ਰਹੀ ਸੀ। ਉਹ ਅੱਧ-ਮੁੰਦੀਆਂ ਅੱਖਾਂ ਨਾਲ ਆਪਣੇ ਕਤੂਰਿਆਂ ਨੂੰ ਵੇਖ ਰਹੀ ਸੀ। ਉਹ ਅਚਨਚੇਤੀ ਉੱਠ ਕੇ ਖਲੋ ਗਈ। ਉਹਨੇ ਕਤੂਰਿਆਂ ਨੂੰ ਨਾਲ ਲਿਆ ਤੇ ਰੋਟੀ ਲੱਭਣ ਤੁਰ ਪਈ। ਡੱਬ ਖੜੱਬੇ ਕਤੂਰੇ ਦੇ ਗੁਆਚਣ ਪਿੱਛੋਂ ਬਿਸਕੁਟੀ ਕੁੱਤੀ 4 ਕਤੂਰਿਆਂ ਨੂੰ ਨਾਲ ਲੈ ਕੇ ਹੀ ਬਾਹਰ ਜਾਂਦੀ ਸੀ। ਇੱਕ ਬੂਆ, ਦੂਜਾ ਬੂਆ, ਤੀਜਾ ਬੂਆ। ਉਹ ਪਤਾ ਨਹੀਂ ਕਿੰਨਵਾਂ ਬੂਆ ਸੀ ਜਿਹੜਾ ਬਿਸਕੁਟੀ ਕੁੱਤੀ ਨੂੰ ਖੁੱਲ੍ਹਾ ਹੋਇਆ ਮਿਲਿਆ। ਉਹ ਆਪਣੇ ਕਤੂਰਿਆਂ ਨਾਲ ਉਸ ਬੂਹੇ ਅੱਗੇ ਖਲੋ ਗਈ। ਅਚਾਨਕ ਇੱਕ ਕਤੂਰਾ ਅੰਦਰੋਂ ਦੌੜਦਾ ਆਇਆ ਤੇ ਬਰੂਹਾਂ 'ਚ ਖਲੋ ਗਿਆ। ਉਹ ਜ਼ੋਰ ਦੀ ਭੌਂਕਿਆ ਤੇ ਫਿਰ ਪੂਛ ਹਿਲਾਉਣ ਲੱਗ ਪਿਆ। ਮੋਤੀ ਨੇ ਸ਼ਾਇਦ ਆਪਣੇ ਟੱਬਰ ਨੂੰ ਪਛਾਣ ਲਿਆ ਸੀ। ਡੱਬ ਖੜੱਬਾ ਕਤੂਰਾ ਉਹਨਾਂ 4 ਕਤੂਰਿਆਂ ਦੇ ਚੇਤੇ 'ਚ ਕੁਝ ਵਿਸਰਿਆ ਹੋਇਆ ਸੀ, ਪਰ ਬਿਸਕੁਟੀ ਕੁੱਤੀ ਨੂੰ ਆਪਣੇ ਲਾਡਲੇ ਦੀ ਪਛਾਣ ਨਹੀਂ ਸੀ ਭੁੱਲੀ। ਮੋਤੀ ਬਰੂਹਾਂ 'ਚੋਂ ਛਾਲ ਮਾਰ ਕੇ ਉਹਨਾਂ 'ਚ ਪਹੁੰਚ ਗਿਆ। ਉਹ ਆਪਸ 'ਚ ਗੁੱਥਮ ਗੁੱਥਾ ਹੋ ਗਏ। ਉਹ ਲੜ ਨਹੀਂ ਸੀ ਰਹੇ। ਉਹ ਇਹਨਾਂ ਦੇ ਮਿਲਣ ਦੀ ਖੁਸ਼ੀ ਦਾ ਪ੍ਰਗਟਾਵਾ ਸੀ। ਵੀਰ ਹੈਰਾਨ ਜਿਹਾ ਖੜਾ ਸੀ। ਉਹਨੂੰ ਛੇਤੀ ਸਮਝ ਪੈ ਗਈ
ਕਿ ਮੋਤੀ ਉਸ ਬਿਸਕੁਟੀ ਕੁੱਤੀ ਦਾ ਪੰਜਵਾਂ ਕਤੂਰਾ ਸੀ। ਵੀਰ ਅੰਦਰ ਗਿਆ, ਬਸਤੇ 'ਚੋਂ ਟਿਫਨ ਕੱਢ ਕੇ ਲੈ ਆਇਆ। ਉਸ ਟਿਫਨ 'ਚ 2 ਰੋਟੀਆਂ ਸਨ। ਅੱਧੀ ਛੁੱਟੀ ਸਾਰੀ ਹੋ ਜਾਣ ਕਾਰਨ ਵੀਰ ਨੇ ਭੋਜਨ ਨਹੀਂ ਸੀ ਕੀਤਾ। ਉਹਨੇ ਦੋਵੇਂ ਰੋਟੀਆਂ ਦਰਵਾਜ਼ੇ ਸਾਹਵੇਂ ਬਣੇ ਪੱਕੇ ਥੜੇ ਉੱਤੇ ਰੱਖ ਦਿੱਤੀਆਂ। ਵੀਰ ਪਰਾਂ ਹੋ ਕੇ ਖਲੋ ਗਿਆ ਤੇ ਮੋਤੀ ਦੇ ਟੱਬਰ ਨੂੰ ਭੋਜਨ ਕਰਦਿਆਂ ਵੇਖਣ ਲੱਗ ਪਿਆ। ਰੋਟੀ ਮੁੱਕੀ ਤਾਂ ਬਿਸਕੁਟੀ ਕੁੱਤੀ ਉੱਥੋਂ ਤੁਰ ਪਈ। 5 ਕਤੂਰੇ ਵੀ ਉਹਦੇ ਪਿੱਛੇ ਪਿੱਛੇ ਚੱਲ ਪਏ। ਗਲੀ ਦੇ ਮੋੜ ਕੋਲ ਜਾ ਕੇ ਮੋਤੀ ਅਚਾਨਕ ਰੁਕ ਗਿਆ। ਬਿਸਕੁਟੀ ਕੁੱਤੀ ਨੇ ਧੌਣ ਮੋੜ ਕੇ ਉਹਦੇ ਵੱਲ ਵੇਖਿਆ। ਸ਼ਾਇਦ ਉਹਨਾਂ ਕੁਝ ਕਿਹਾ ਇੱਕ ਦੂਜੇ ਨੂੰ। ਬਿਸਕੁਟੀ ਕੁੱਤੀ ਨੇ ਮੋਤੀ ਨਾਲ ਲਾਡ ਕੀਤਾ ਤੇ ਫਿਰ ਮੂੰਹ ਫੇਰ ਕੇ ਉੱਥੋਂ ਤੁਰ ਪਈ। ਮੋਤੀ ਪਿੱਛੇ ਮੁੜਿਆ ਤੇ ਸਹਿਜ ਤੋਰੇ ਵੀਰ ਕੋਲ ਆ ਗਿਆ। ਬਿਸਕੁਟੀ ਕੁੱਤੀ ਤੇ ਉਹਦੇ 4 ਕਤੂਰੇ ਗਲੀ ਦਾ ਮੋੜ ਮੁੜੇ ਤੇ ਗੁੰਮ ਹੋ ਗਏ। ਧੰਨਵਾਦ।